ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਕਾਲ ਕਰੋ 468-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 25 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਲੋਕ ਸਭਾ ਦੀ ਜਿਹੜੀ ਕਾਰਵਾਈ ਹੈ ਉਹਦੇ ਤੋਂ। ਸੰਸਦ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੰਮ੍ਰਿਤਪਾਲ ਦਾ ਜ਼ਿਕਰ ਕੀਤਾ। ਐਮਰਜੈਂਸੀ ਤੇ ਉਹ ਗੱਲਬਾਤ ਕਰ ਰਹੇ ਸੀਗੇ, ਕਈ ਵਾਪਰੀਆਂ ਘਟਨਾਵਾਂ ਦਾ ਉਹਨਾਂ ਨੇ ਹਵਾਲਾ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਕੀ ਇਹ ਐਮਰਜੈਂਸੀ ਨਹੀਂ ਹੈ। ਹਾਲਾਂਕਿ ਬੇਸ਼ੱਕ ਉਹ ਕਾਂਗਰਸ ਦਾ ਬਚਾਅ ਹੀ ਕਰ ਰਹੇ ਸੀਗੇ ਇੱਕ ਤਰੀਕੇ ਨਾਲ, ਆਪਣੀ ਪਾਰਟੀ ਦਾ, ਪਰ ਫਿਰ ਵੀ ਇੱਕ ਮੈਂਬਰ ਪਾਰਲੀਮੈਂਟ ਦਾ ਮੁੱਦਿਆਂ ਤੇ ਬੋਲਣਾ, ਆਪਣੀ ਕੰਸਟੀਚੁਐਂਸੀ ਦੇ ਲਈ ਬੋਲਣਾ ਬਣਦਾ, ਆਪਣੇ ਖਿੱਤੇ ਲਈ ਬੋਲਣਾ ਬਣਦਾ। ਇਹਦੇ ਤੇ ਬਿੱਟੂ ਤੇ ਮਾਨ ਭੜਕ ਉੱਠੇ। ਹਾਲਾਂਕਿ ਇਹਨਾਂ ਨੂੰ ਤਾਂ ਨਿੱਜੀ ਤੌਰ ਤੇ ਕੋਈ ਅਟੈਕ ਨਹੀਂ ਕੀਤਾ ਜੇ ਆਪਾਂ ਦੇਖੀਏ ਤਾਂ ਉਹਨਾਂ ਦੀ ਸਪੀਚ ਨੂੰ। ਬਿਲਕੁਲ ਪ੍ਰਵੀਨ ਜੀ, ਇਹ ਪੰਜਾਬ ਦੀ ਤਰਾਸਦੀ ਰਹੀ ਹੈ ਕਿ ਪੰਜਾਬ ਤੋਂ ਚੁਣੇ ਹੋਏ ਸੰਸਦ ਮੈਂਬਰ ਉੱਥੇ ਜਾ ਕੇ ਪੰਜਾਬ ਦੀ ਪੈਰਵੀ ਕਰਨ ਦੀ ਬਜਾਏ ਆਪਣੀ ਪਾਰਟੀਆਂ ਦੀ, ਆਪਣੇ ਘਰਦਿਆਂ ਦੀ, ਆਪਣੀ ਚਮੜੀ ਦੀ ਪੈਰਵੀ ਕਰਨ ਲੱਗ ਜਾਂਦੇ ਆ। ਜੀ ਬਿਲਕੁਲ, ਜਿਹਦਾ ਇਹ ਨਤੀਜਾ ਨਿਕਲਦਾ। ਹੂੰ। ਚਰਨਜੀਤ ਚੰਨੀ ਹੋਰਾਂ ਨੇ ਅੰਮ੍ਰਿਤਪਾਲ ਸਿੰਘ ਦਾ ਨਾਂ ਲੈ ਕੇ ਉਹਦਾ ਸਮਰਥਨ ਨਹੀਂ ਕੀਤਾ। ਉਹਨਾਂ ਨੇ ਉਹਨਾਂ ਦੀ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ, ਉਹਦੀ ਆਵਾਜ਼ ਦਬਾਉਣ ਦੇ ਹਵਾਲੇ ਨਾਲ ਹਮਲਾ ਕੀਤਾ। ਹਾਂਜੀ ਹਾਂਜੀ, ਹੈ ਨਾ। ਉਸ ਤੋਂ ਬਾਅਦ ਬੇਸ਼ੱਕ ਮੀਡੀਆ ਵਾਲੇ ਕਾਂਗਰਸੀਆਂ ਨੂੰ ਵੀ ਘੇਰਦੇ ਨਜ਼ਰ ਆਏ ਤੇ ਕਾਂਗਰਸੀ ਉੱਚ ਆਪਣਾ ਬਚਾਅ ਵੀ ਕਰਦੇ ਨਜ਼ਰ ਆਏ, ਕਿਉਂਕਿ ਉਹ ਸਿੱਧਾ ਵੀ ਅੰਮ੍ਰਿਤਪਾਲ ਸਿੰਘ ਦਾ ਸਮਰਥਨ ਨਹੀਂ ਕਰ ਸਕਦੇ, ਨਹੀਂ ਕਰਦੇ। ਬਿਲਕੁਲ ਬਿਲਕੁਲ, ਹੈ ਨਾ। ਪਰ ਹੁਣ ਚੰਨੀ ਨੇ ਜਿਹੜੀ ਤਕਨੀਕ ਤੇ ਗੱਲ ਕੀਤੀ ਹੈ ਉਹ ਤੋਂ ਭੱਜ ਵੀ ਨਹੀਂ ਸਕਦੇ। ਪਰ ਬਿੱਟੂ ਉਹੀ ਕੱਪੜਿਆਂ ਚੋਂ ਬਾਹਰ ਹੋ ਗਿਆ ਜੀ। ਚਰਨਜੀਤ ਚੰਨੀ ਹੋਰੀ ਜਦੋਂ ਆਪਣੇ ਸਮੇਂ ਦੇ ਵਿੱਚ ਆਪਣੀ ਗੱਲ ਰੱਖ ਰਹੇ ਸੀ, ਖਾਸ ਕਰ ਬਜਟ ਸੈਸ਼ਨ ਦੇ ਉੱਤੇ, ਬਜਟ ਨੂੰ ਲੈ ਕੇ ਬਹਿਸ ਸੀ, ਉਸ ਬਹਿਸ 'ਚ ਚੰਨੀ ਹੋਰਾਂ ਦੀ ਵਾਰੀ ਆਈ ਤਾਂ ਉਹਨਾਂ ਨੇ ਹਵਾਲਾ ਦਿੱਤਾ ਕਿ ਤੁਸੀਂ ਰੋਜ਼ ਐਮਰਜੈਂਸੀ ਦੀਆਂ ਗੱਲਾਂ ਕਰਦੇ ਹੋ, ਕਿਉਂਕਿ ਇੰਦਰ ਵਾਲੀ ਐਮਰਜੈਂਸੀ ਐਲਾਨੀ ਹੋਈ ਐਮਰਜੈਂਸੀ ਸੀ, ਜਿਹੜਾ ਬਹੁਤ ਮੱਧਭਾਗਾ ਦੌਰ ਸੀ, ਤੇ ਭਾਜਪਾ ਵਾਲੀ ਐਮਰਜੈਂਸੀ, ਹੁਣ ਮੋਦੀ ਵਾਲੀ ਐਮਰਜੈਂਸੀ ਅਣਐਲਾਨੀ ਆ, ਉਹਦੇ ਨਾਲੋਂ ਵੀ ਮਾੜਾ ਦੌਰ ਆ। ਸੋ ਇਸ ਨੂੰ ਲੈ ਕੇ ਉਹ ਤੰਜ ਕੱਸ ਰਹੇ ਸੀ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਉਹ ਆਪਣੀ ਕਾਂਗਰਸ ਦਾ ਬਚਾਅ ਕਰ ਰਹੇ ਸੀ, ਸ਼ਬਦ ਲੱਭਦੇ ਫਿਰਦੇ ਸੀ, ਹੈ ਨਾ। ਤੇ ਬਿੱਟੂ ਨਾਲ ਉਲਝਾ ਹੋ ਗਿਆ। ਬਿੱਟੂ ਜਦੋਂ ਕਿ ਇਸੇ ਪਾਲੇ ਚੋਂ ਗਿਆ। ਜੀ ਜੀ। ਸੋ ਚੰਨੀ ਹੋਰਾਂ ਨੇ ਜਦੋਂ ਉੱਥੇ ਜ਼ਿਕਰ ਕੀਤਾ ਕਿ ਬਈ ਮੂਸੇ ਵਾਲੇ ਦਾ ਕਤਲ ਹੋ ਜਾਂਦਾ, ਤੁਸੀਂ ਦੋਸ਼ੀਆਂ ਨੂੰ ਫੜ ਨਹੀਂ ਪਾਉਂਦੇ, ਗ੍ਰਹਿ ਮੰਤਰੀ ਉੱਥੇ ਤੱਕ ਜਾਂਦੇ ਨੇ, ਤੁਹਾਡਾ ਕੋਈ ਸੱਚ ਸਾਹਮਣੇ ਨਹੀਂ ਆਉਂਦਾ, ਕੀ ਐਮਰਜੈਂਸੀ ਨਹੀਂ ਤਾਂ ਹੋਰ ਕੀ ਹੈ ਕਿ ਗਾਇਕ ਕਲਾਕਾਰ ਵੀ ਸਾਡੇ ਮਤਲਬ ਸੁਰੱਖਿਅਤ ਨਹੀਂ ਹੈਗੇ। ਫਿਰ ਉਹਨਾਂ ਨੇ ਕਿਸਾਨਾਂ ਦਾ ਜ਼ਿਕਰ ਕੀਤਾ ਕਿ ਕਿਸਾਨ ਸੜਕਾਂ ਤੇ ਰੁਲ ਰਹੇ ਨੇ, ਧਰਨੇ ਲੱਗਦੇ ਨੇ, ਤੁਹਾਡੀਆਂ ਪੁਲਿਸ ਗੋਲੀਆਂ ਭਰਾਉਂਦੀ ਆ, ਕੀ ਐਮਰਜੈਂਸੀ ਨਹੀਂ ਹੈਗੀ। ਇਸੇ ਹਵਾਲੇ ਉਹਨਾਂ ਨੇ ਕਿਹਾ ਕਿ ਇੱਕ ਚੁਣਿਆ ਹੋਇਆ ਨੁਮਾਇੰਦਾ ਇੱਕ ਹਲਕੇ ਤੋਂ ਚੁਣ ਕੇ ਆਉਂਦਾ, ਤੁਸੀਂ NSA ਤਹਿਤ ਉਹਨੂੰ ਅੰਦਰ ਡੱਕਿਆ, ਕਿ ਉਹਦੀ ਇਹ ਆਵਾਜ਼ ਦੇ ਉੱਤੇ, ਉਹਦੀ ਬੋਲਣ ਤੇ ਪਾਬੰਦੀ ਨਹੀਂ ਹੈਗੀ, ਇਹ ਐਮਰਜੈਂਸੀ ਨਹੀਂ ਹੈਗੀ। ਇਸ ਹਵਾਲੇ ਉਹਨਾਂ ਨੇ ਅੰਮ੍ਰਿਤਪਾਲ ਦਾ ਜ਼ਿਕਰ ਕੀਤਾ। ਹੁਣ ਇਹ ਸਾਰੇ ਵਰਤਾਰੇ ਦੇ ਵਿੱਚ ਜਦੋਂ ਆਪਣੀ ਤਕਰੀਰ ਕਰ ਰਹੇ ਸੀਗੇ, ਆਪਣੀਆਂ ਟਿੱਪਣੀਆਂ ਕਰ ਰਹੇ ਸੀ, ਤਾਂ ਬਿੱਟੂ ਵਾਰ-ਵਾਰ ਵਿੱਚ ਟੋਕ ਰਹੇ ਸੀ। ਤੇ ਜਦੋਂ ਬਿੱਟੂ ਵਾਰ-ਵਾਰ ਟੋਕ ਰਹੇ ਸੀ ਤਾਂ ਚੰਨੀ ਔਖੇ ਹੋ ਗਏ ਤੇ ਚੰਨੀ ਨੇ ਕਿਹਾ, ਕਹਿੰਦੇ ਬਹਿ ਜਾ, ਹੈ ਨਾ, ਤੇਰਾ ਦਾਦਾ ਜਦ ਨਹੀਂ ਮਰਿਆ ਜਦ ਉਹਦੀ ਮੌਤ ਹੋਈ, ਮਤਲਬ, ਹੈ ਨਾ, ਉਹ ਤਾਂ ਜਦ ਮਰਿਆ ਜਦ ਤੂੰ ਕਾਂਗਰਸ ਛੱਡ ਕੇ ਭਾਜਪਾ 'ਚ ਗਿਆ। ਤੇ ਇਹ ਤੋਂ ਬਾਅਦ ਫਿਰ ਬਿੱਟੂ ਭੜਕ ਗਿਆ। ਫਿਰ ਚੰਨੀ ਨੇ ਇੱਥੋਂ ਤੱਕ ਕਹਿਤਾ ਕਿ ਈਸਟ ਇੰਡੀਆ ਕੰਪਨੀ ਦੇ ਤੁਹਾਡੇ 'ਚ ਕੋਈ ਫਰਕ ਨਹੀਂਗਾ, ਰੰਗ ਦਾ ਹੀ ਫਰਕ ਆ ਜੀ। ਫਿਰ ਬਿੱਟੂ ਕੱਪੜਿਆਂ ਤੋਂ ਬਾਹਰ ਹੋ ਗਿਆ। ਬਿੱਟੂ ਕਹਿੰਦਾ ਸੋਨੀਆ ਦੱਸੋ ਕਿੱਥੋਂ ਆ, ਹੈ ਨਾ, ਮਤਲਬ ਜਿਹੜੇ ਸੋਨੀਆ ਦੇ ਪੈਰੀ ਹੱਥ ਲਾ ਕੇ ਤੁਸੀਂ ਟਿਕਟਾਂ ਲੈਂਦੇ ਰਹੇ, ਹੁਣ ਤੁਹਾਨੂੰ ਉਹਦੇ ਵਿੱਚੋਂ ਅੰਗਰੇਜ਼ ਦਿਖਣ ਲੱਗ ਪਿਆ, ਹੈ ਨਾ। ਇਹ ਕਿੰਨਾ ਕੁਛ ਰਾਜਨੀਤੀ, ਕਿੰਨਾ ਕੁਛ ਬਦਲਾ ਦਿੰਦੀ ਆ। ਫਿਰ ਕਹਿੰਦਾ ਮੇਰੇ ਦਾਦੇ ਨੇ ਤਾਂ ਦੇਸ਼ ਲਈ ਕੁਰਬਾਨੀ ਦਿੱਤੀ, ਕਾਂਗਰਸ ਲਈ ਨਹੀਂ ਦਿੱਤੀ, ਹੈ ਨਾ।
ਤੇ ਇੱਥੋਂ ਤਕਰਾਰ ਸ਼ੁਰੂ ਹੋ ਕੇ ਉਹ ਨਿੱਜੀ ਹਮਲਿਆਂ ਤੇ ਉਹ ਵੀ ਆ ਗਿਆ। ਤੇ ਕਿਉਂਕਿ ਉਹਨੂੰ ਲੱਗਿਆ ਕਿ ਮੇਰੇ ਪਰਿਵਾਰ ਲਈ ਨਿੱਜੀ ਹਮਲਾ ਕੀਤਾ ਚੰਨੀ ਨੇ, ਤੇ ਉਹਨੇ ਫਿਰ ਹਮਲਾ ਸ਼ੁਰੂ ਕਰਤਾ। ਕਹਿੰਦਾ ਕਿ ਪੰਜਾਬ ਦਾ ਸਭ ਤੋਂ ਅਮੀਰ ਰਾਜਨੀਤਿਕ ਲੀਡਰ ਇਹ ਆ, ਪੰਜਾਬ ਦਾ ਸਭ ਤੋਂ ਕਰਪਟ ਰਾਜਨੀਤਿਕ ਲੀਡਰ ਇਹ ਆ, ਮੀਟੂ ਵਾਲੇ ਮਾਮਲੇ 'ਚ ਇਹ ਫਸਿਆ, ਚੰਨੀ ਦੇ ਉੱਤੇ ਕਿੰਨੇ ਦੋਸ਼ ਨੇ। ਫਿਰ ਉਹ ਨਿੱਜੀ ਅਟੈਕ ਤੇ ਆ ਗਿਆ। ਮਤਲਬ ਜਦੋਂ ਤੁਹਾਡੇ ਕੋਲ ਤਰਕ ਨਾ ਹੋਵੇ ਕੋਈ ਗੱਲ ਕਰਨ ਲਈ, ਜਿਹੜੇ ਸਵਾਲ ਉਹਨੇ ਖੜੇ ਕੀਤੇ ਐਮਰਜੈਂਸੀ ਨੂੰ ਲੈ ਕੇ, ਹੈ ਨਾ, ਚਾਹੇ ਉਹ ਮੂਸੇ ਵਾਲੇ ਦੇ ਹਵਾਲੇ ਨਾਲ, ਚਾਹੇ ਕਿਸਾਨਾਂ ਦੇ ਹਵਾਲੇ ਨਾਲ, ਚਾਹੇ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ, ਤੁਹਾਡੇ ਕੋਲ ਉਹਦਾ ਕੋਈ ਜਵਾਬ ਨਹੀਂ, ਤਾਂ ਤੁਸੀਂ ਫਿਰ ਨਿੱਜੀ ਤਾਨੇ ਮਿਹਣਿਆਂ ਤੇ ਆਉਂਦੇ ਹੋ। ਜੀ ਜੀ। ਉਹ ਤਾਂ ਅਗਲਾ ਤਾਂ ਫਿਰ ਚੁਣ ਕੇ ਆਇਆ, ਬਿੱਟੂ ਤੂੰ ਤਾਂ ਚੁਣ ਕੇ ਵੀ ਨਹੀਂ ਆਇਆ ਬਾਈ। ਸਹੀ ਸਹੀ, ਬਿਲਕੁਲ। ਉਹ ਤਾਂ ਫਿਰ ਵੀ ਜਿੱਤ ਕੇ ਆਇਆ, ਤੁਸੀਂ ਤਾਂ ਜਿੱਤ ਕੇ ਵੀ ਨਹੀਂ ਆਏ। ਅਜੇ ਵੀ ਤੁਹਾਡੀ ਤਾਂ ਰਾਜ ਸਭਾ ਸੀਟ ਵੀ ਨਹੀਂ ਪੱਕੀ ਕੀਤੀ ਅਗਲਿਆਂ ਨੇ ਕਿ ਕਿੱਥੋਂ ਦੇਣੀ ਹੈ ਕਿੱਥੋਂ ਨਹੀਂ ਦੇਣੀ। ਮੰਤਰੀ ਦੀ ਹੈਸੀਅਤ ਨਾਲ ਬਹਿ ਜਾਂਦੇ ਆ ਸਦਨ ਦੇ ਵਿੱਚ। ਬਿਲਕੁਲ। ਪਰ ਦੂਸਰੇ ਪਾਸੇ ਇਸ ਜਦੋਂ ਚਰਨਜੀਤ ਚੰਨੀ ਹੋਰੀ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਗੱਲ ਕੀਤੀ, ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਬੜੀ ਵੀਡੀਓ ਚੜਾਤੀ। ਕਹਿੰਦਾ ਵੀ ਮੈਂ ਕਿਸੇ ਇੱਕ ਵਿਅਕਤੀ ਦਾ ਮੁੱਖ ਮੰਤਰੀ ਥੋੜਾ, ਮੈਂ ਕਿਸੇ ਇੱਕ ਹਲਕੇ ਦਾ ਨੁਮਾਇੰਦਾ ਥੋੜਾ, ਮੈਂ ਤਾਂ ਪੰਜਾਬ ਦੇ 3.5 ਕਰੋੜ ਲੋਕਾਂ ਦਾ ਸੇਵਾਦਾਰ ਹਾਂ। ਇਸ ਲਈ ਮੈਂ ਕਾਨੂੰਨ ਵੀ ਦੇਖਣਾ, ਮੈਂ ਅਮਨ ਵੀ ਦੇਖਣਾ, ਮੈਂ ਸ਼ਾਂਤੀ ਵੀ ਦੇਖਣੀ ਆ। ਤੇ ਉਸ ਹਵਾਲੇ ਨਾਲ ਉਹ ਆਪਣੇ NSA ਨੂੰ ਸਹੀ ਸਾਬਤ ਕਰਨ ਲਈ ਜਦੋਂ ਸਾਹਮਣੇ ਆ ਗਏ, ਹੈ ਨਾ, ਤੇ ਕਿਤੇ ਐ ਨਾ ਲੱਗੇ ਕਿ ਇੰਡੀਆ ਗੱਠਜੋੜ ਦੇ ਵਿੱਚ ਮੈਂ ਵੀ ਉਹ ਬੋਲੀ ਬੋਲ ਗਿਆ। ਤਾਂ ਇਸ ਲਈ ਉਹ ਆਪਣਾ ਬਚਾਅ ਕਰਦੇ ਨਜ਼ਰ ਆਏ, ਜਾਂ ਉਹ ਕਿਹੜੀ ਧਿਰ ਨੂੰ ਖੁਸ਼ ਕਰਨਾ ਚਾਹੁੰਦੇ ਸੀ। ਹੁਣ ਇਹਦੇ ਵੀ ਕਈ ਹੱਥ ਕੱਢ ਰਹੇ ਨੇ, ਕਿਤੇ ਉਹ ਵੀ BJP ਨੂੰ ਤਾਂ ਨਹੀਂ ਖੁਸ਼ ਕਰ ਰਹੇ ਬਿੱਟੂ ਮਾਨ, ਤੋ ਕਈ ਇਹਦੇ ਵੀ ਹੱਥ ਕੱਢਦੇ। ਜਾਂ ਅਮਿਤ ਸ਼ਾਹ ਤੋਂ ਡਰ ਤਾਂ ਨਹੀਂ ਲੱਗਦਾ, ਕਿਉਂਕਿ ਅਮਿਤ ਸ਼ਾਹ ਨੇ ਉਸ ਸਮੇਂ ਵੀ ਕਿਹਾ ਸੀ ਜਦੋਂ ਕਾਰਵਾਈ ਕੀਤੀ ਗਿਆ ਅਸੀਂ ਮਿਲ ਕੇ ਕੀਤਾ ਸਾਰਾ ਐਕਸ਼ਨ। ਜੀ ਜੀ। ਤੋ ਇਹ ਸਭ ਦੇ ਵਿਚਾਲੇ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ, ਜਿਹਨੂੰ ਆਈਸ ਦੇ ਮਾਮਲੇ 'ਚ ਫੜਿਆ ਸੀ, ਉਹਨੂੰ ਅੱਜ ਲੰਘੇ ਕੱਲ੍ਹ ਜ਼ਮਾਨਤ ਮਿਲ ਗਈ। ਸੋ ਹੈ ਨਾ, ਉਹ ਜ਼ਮਾਨਤ ਮਿਲਣ ਤੋਂ ਬਾਅਦ ਕੇਸ ਚੱਲੀ ਜਾਊਗਾ, ਪਰ ਜ਼ਮਾਨਤ ਮਿਲ ਗਈ। ਸੋ ਕੱਲ ਸੰਸਦ ਦੇ ਅੰਦਰ ਖਾਸਾ ਤਣਾਅ ਮਾਹੌਲ ਰਿਹਾ। ਬਾਹਰ ਆ ਕੇ ਵੀ ਫਿਰ ਵੱਖ-ਵੱਖ ਚੈਨਲਾਂ ਦੇ ਉੱਤੇ ਸਾਰੀਆਂ ਤਰ੍ਹਾਂ ਦੇ ਬੋਲ ਚੱਲਦੇ ਰਹੇ। ਹਾਂਜੀ। ਸੋ ਇਸ ਨੂੰ ਲੈ ਕੇ ਅਜੇ ਪੰਜਾਬ ਪਰਤ ਕੇ ਵੀ ਤਾਨੇ ਮਿਹਣੇ ਹੋਣਗੇ। ਪਰ ਜਿਵੇਂ ਤੁਸੀਂ ਕਿਹਾ ਨਾ ਵੀ ਬਿੱਟੂ ਤਾਂ ਚੁਣਿਆ ਹੋਇਆ ਵੀ ਨਹੀਂ ਹੈ, ਬਿੱਟੂ ਤਾਂ ਬਿਲਕੁਲ ਉਹ ਤਾਂ ਮੰਤਰੀ ਦੀ ਹੈਸੀਅਤ ਨਾਲ ਬਹਿੰਦੇ ਨੇ ਰਾਜ ਸਭਾ ਦੇ ਵਿੱਚ ਵੀ ਤੇ ਲੋਕ ਸਭਾ ਦੇ ਵਿੱਚ। ਉਹ ਮੈਂਬਰ ਨਹੀਂਗੇ ਲੋਕ ਸਭਾ ਦੇ, ਚੁਣੇ ਹੋਏ ਨੁਮਾਇੰਦੇ ਨਹੀਂਗੇ ਲੋਕਾਂ ਵੱਲੋਂ। ਹਾਂ, ਲੋਕਾਂ ਤੇ ਬਿਠਾਏ ਹੋਏ ਨੁਮਾਇੰਦੇ ਜ਼ਰੂਰ ਨੇ, ਹਰਦੀਪ ਪੁਰੀ, ਅਰੁਣ ਜੇਤਲੀ, ਉਸ ਲਾਈਨ ਨੂੰ ਅੱਗੇ ਤੋਰਦਿਆਂ ਉਹ ਸਾਰਾ ਕੁਛ। ਪਰ ਦੇਖੋ ਤੁਸੀਂ ਜਿਵੇਂ ਆਪਾਂ ਕਹਿ ਲਈਏ ਨਾ, ਪਾਰਟੀਆਂ ਦਾ ਟਕਰਾਅ ਵਾਲੀ ਗੱਲ ਹੀ ਹੈ ਜਾਂ ਇੱਕ ਦੂਜੇ ਦੀ ਨਿੱਜੀ ਵਾਲੀ ਗੱਲ ਹੀ ਹੈ। ਮਤਲਬ ਉਹ ਬੇਸ਼ੱਕ ਕਾਂਗਰਸ ਦੀ ਬਚਾਅ ਕਰ ਰਹੇ ਸੀਗੇ ਚਰਨਜੀਤ ਚੰਨੀ, ਪਰ ਉਹਨਾਂ ਨੇ ਜਿਸ ਤਰੀਕੇ ਨਾਲ ਘਟਨਾਵਾਂ ਦਾ ਹਵਾਲਾ ਦਿੱਤਾ, ਜਿਸ ਤਰੀਕੇ ਨਾਲ ਉਹ ਤਰੀਕਾਕਾਰ ਦੇ ਨਾਲ ਅੱਗੇ ਵੱਧਦੇ ਗਏ, ਹਿੰਦੀ ਦੇ ਵਿੱਚ ਉਹਨਾਂ ਨੇ ਕਿਹਾ, ਚਲੋ ਪੰਜਾਬੀ 'ਚ ਕਹਿੰਦੇ ਤਾਂ ਚਲੋ ਫਿਰ ਵੀ ਆਪਾਂ ਮੰਨ ਸਕਦੇ ਹਾਂ ਜ਼ਿਆਦਾ ਵਧੀਆ ਹੋਣਾ ਸੀਗਾ। ਹਾਂਜੀ, ਪਰ ਹਿੰਦੀ ਦੇ ਵਿੱਚ ਉਹਨਾਂ ਨੇ ਗੱਲ ਇਹ ਰੱਖੀ ਵੀ BJP ਵਾਲਿਆਂ ਨੂੰ ਗੱਲ ਨਹੀਂ ਆਈ। ਔਰ ਇਸ ਵਾਰ ਜਿਹੜੀ ਲੋਕ ਸਭਾ ਦੀ ਕਾਰਵਾਈ ਹੈ ਨਾ, ਮੈਂ ਕਈ ਕਲਿੱਪਸ ਜਾਂ ਆਪਾਂ ਕਾਰਵਾਈ ਨੂੰ ਦੇਖ ਰਹੇ ਹਾਂ, ਇੱਕ ਦਿਨ ਆਪਾਂ ਸ਼ਾਇਦ ਖਬਰ ਵੀ ਕੀਤੀ ਸੀ ਕਿ ਭਾਜਪਾ ਉਸ ਰੰਗ ਢੰਗ ਦੇ ਵਿੱਚ ਨਜ਼ਰ ਨਹੀਂ ਆ ਰਹੀ। ਵਿਰੋਧੀਆਂ ਦੇ ਹੱਲੇ ਉਹਨੂੰ ਇਸ ਵਾਰ ਵਿਰੋਧੀਆਂ ਦੇ ਲੀਡਰ ਥੋੜੀ ਤਿਆਰੀ ਕਰਕੇ ਵੀ ਆ ਰਹੇ ਨੇ। ਹਾਂਜੀ ਹਾਂਜੀ ਹਾਂਜੀ। ਉਹ ਤ੍ਰਿਣਮੂਲ ਕਾਂਗਰਸ ਦਾ ਇੱਕ ਨੌਜਵਾਨ ਹੈ ਮੁੰਡਾ, MP, ਉਹਦਾ ਮੈਂ ਨਾਮ ਵਿਸਰ ਗਿਆ ਮੈਨੂੰ, ਉਹਨੇ ਬਹੁਤ ਸ਼ਾਨਦਾਰ, ਹਾਲਾਂਕਿ ਮਹੂਆ ਮੋਇਤਰਾ ਉਹਨਾਂ 'ਚ ਸਭ ਤੋਂ ਅਗਰੈਸਿਵ ਜਾਣੀ ਜਾਂਦੀ ਹੈ, ਪਰ ਉਹਨੇ ਬਹੁਤ ਸ਼ਾਨਦਾਰ ਤਰੀਕੇ ਨਾਲ ਉਹ ਪ੍ਰਸ਼ਨ ਪੁੱਛ ਕੇ ਵੀ ਤੁਸੀਂ ਦੱਸੋ ਇਹ ਜਾਇਜ਼ ਆ ਕਿ ਨਜਾਇਜ਼ ਆ। ਫਿਰ ਉਹ ਕਹਿੰਦਾ ਕਿ ਨਜਾਇਜ਼ ਆ, ਸਪੀਕਰ ਸਾਹਿਬ ਕਹਿੰਦੇ ਫਿਰ ਦੱਸੋ, ਕਹਿੰਦਾ ਇਹ BJP ਵਾਲੇ ਕਿਉਂ ਐਂ ਕਰਦੇ ਆ, ਮਤਲਬ ਜੇ ਇਹ ਨਜਾਇਜ਼ ਆ। ਤੇ ਚੰਗੀ ਖਾਸ ਦੇਖਣ ਨੂੰ ਮਿਲਦੀ ਹੈ ਟਸਲ, ਪਰ ਫਿਰ ਵੀ ਪੰਜਾਬ ਆ ਕੇ ਰੁਕਣਾ ਨਹੀਂ ਗਾ ਸਿਲਸਿਲਾ, ਇਹ ਬਿਲਕੁਲ ਜਾਇਜ਼ ਆ ਤੁਹਾਡੀ ਗੱਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਇੱਕ ਦਿਨ ਆਪਾਂ ਜ਼ਿਕਰ ਕਰ ਰਹੇ ਸੀ ਬਿਜਲੀ ਸਬਸਿਡੀ ਦੇ ਬਾਰੇ, ਤੇ ਉਸ ਦਿਨ ਆਪਾਂ ਸ਼ਾਇਦ ਤੁਸੀਂ ਦੱਸਿਆ ਸੀਗਾ ਕਿ 20,000 ਜਾਂ 21,000 ਕਰੋੜ ਦੇ ਆਸ-ਪਾਸ ਬਿਜਲੀ ਸਬਸਿਡੀ ਪੰਜਾਬ ਦੀ ਬਣ ਜਾਂਦੀ ਹੈ। ਖੇਤੀ ਮੋਟਰਾਂ ਹੁਣ ਬਿਜਲੀ ਨਾਲ ਨਹੀਂ ਚੱਲਿਆ ਕਰਨੀਆਂ। ਕੀ ਹੁਣ ਸਰਕਾਰ ਕੋਈ ਹੋਰ ਬਦਲ ਸੋਚ ਰਹੀ ਆ, ਜਾਂ ਪਾਵਰਕਾਮ ਨੂੰ ਏਡੀ ਵੱਡੀ ਸਬਸਿਡੀ, ਏਡੀ ਵੱਡੀ ਰਕਮ ਉੱਤੋਂ ਵਿੱਤੀ ਸੰਕਟ, ਵਿੱਤੀ ਬੋਝ? ਬਿਲਕੁਲ ਪ੍ਰਵੀਨ ਜੀ, ਬਿਜਲੀ ਸਬਸਿਡੀ ਪੰਜਾਬ ਦੇ ਸਰਕਾਰ ਦੇ ਲਈ ਸਭ ਤੋਂ ਬੜਾ ਗਲੇ ਦੀ ਹੱਡੀ ਬਣਿਆ ਹੋਇਆ। ਜੀ ਜੀ, ਹੈ ਨਾ, ਸਭ ਤੋਂ ਵੱਡੀ ਮੁਸ਼ਕਲ ਦੀ ਘੜੀ ਉਹਨਾਂ ਲਈ ਮਤਲਬ ਬਿਜਲੀ ਸਬਸਿਡੀ ਵਾਲੀ ਅਦਾਇਗੀ ਉਹ ਹੈ। ਪਰ ਉਹ ਇਸ ਨੂੰ ਪਰੇ ਵੀ ਨਹੀਂ ਕਰ ਸਕਦੇ, ਕਿਉਂਕਿ ਇਸੇ ਯੋਜਨਾ, ਮੁਫਤ ਬਿਜਲੀ ਯੋਜਨਾ ਸਾਰੇ ਤੋਂ ਸਰਕਾਰ ਚ ਆਏ ਨੇ, ਤੇ ਉਹਨਾਂ ਨੂੰ ਇਹੀ ਆਪਣੀ ਸਭ ਤੋਂ ਬੜੀ ਤਾਕਤ ਲੱਗਦੀ ਹੈ ਕਿ 300 ਯੂਨਿਟ ਜਿਹੜਾ ਅਸੀਂ ਘਰਾਂ ਦਾ ਮਾਫ ਕੀਤਾ, ਉਹ ਸਾਡੀ ਸਭ ਤੋਂ ਬੜੀ ਤਾਕਤ ਹੈ। ਤੇ ਪਰ ਕਿਸਾਨੀ ਮੋਟਰਾਂ ਦੇ ਉੱਤੇ ਜਿਹੜੀ ਸਬਸਿਡੀ ਦੇ ਹਵਾਲੇ ਨਾਲ ਮੁਫਤ ਬਿਜਲੀ ਮਿਲਦੀ ਆ, ਉਸ ਤੋਂ ਪਰੇ ਹੋ ਕੇ ਉਹਨੂੰ ਇਹ ਲੱਗਦਾ ਕਿ ਕਿਸਾਨੀ ਪਰਿਵਾਰ ਵੀ ਅਸੀਂ ਨਾਰਾਜ਼ ਨਹੀਂ ਕਰ ਸਕਦੇ। ਜੀ ਜੀ, ਹੈ ਨਾ। ਪਰ ਉਹ ਇਹ ਭੁੱਲ ਜਾਂਦੇ ਨੇ ਕਿ ਜੇ ਮੁਫਤ ਬਿਜਲੀ ਦੇ ਸਹਾਰੇ ਹੀ ਸਾਰਾ ਕੁਝ ਆਉਣਾ ਹੁੰਦਾ, ਫਿਰ ਤਾਂ ਕਿਸਾਨ ਸਾਰੀ ਉਮਰ ਬਾਦਲ ਨੂੰ ਵੋਟਾਂ ਪਾ ਰਹੇ ਹੁੰਦੇ, ਹੈ ਨਾ। ਇਸ ਲਈ ਸਮੇਂ ਦੇ ਵਹਿਣ ਦੇ ਵਿੱਚ ਆ ਕੇ ਲੋਕ ਸਥਿਤੀ ਨੂੰ ਸਮਝਣ ਲੱਗ ਪੈਂਦੇ ਨੇ, ਫਿਰ ਉਹਦੇ ਪਰ ਸਵਾਲ ਉੱਠਦੇ ਨੇ। ਹੁਣ ਅੱਜ ਦੀ ਤਰੀਕ ਦੇ ਵਿੱਚ ਜਦੋਂ ਵੀ ਇਹ ਬਿਜਲੀ ਸਬਸਿਡੀ ਦੀ ਗੱਲ ਚੱਲਦੀ ਹੈ, ਤਾਂ ਇਹ ਚੱਲਦੀ ਹੈ ਬਈ 5 ਏਕੜ ਤੋਂ ਥੱਲੇ ਵਾਲਿਆਂ ਲਈ ਤਾਂ ਲੋੜ ਹੈਗੀ ਆ। ਜੀ ਜੀ,
ਪਰ ਜਿਹੜੇ ਬੜੇ ਨੇ ਜਾਂ ਜ਼ਿਮੀਦਾਰ ਨੇ, ਤਕੜੇ ਘਰਾਣੇ ਨੇ, ਰਾਜਨੀਤਿਕ ਵੱਡੇ ਘਰਾਣੇ ਜਿਹਨਾਂ ਦੀਆਂ 10-10 ਮੋਟਰਾਂ 20 ਮੋਟਰਾਂ ਚੱਲਦੀਆਂ ਨੇ, ਉਹਨਾਂ ਨੂੰ ਕਿਉਂ ਮਾਫ ਹੈ? ਬਿਲਕੁਲ। ਪਰ ਰਾਜਨੀਤਿਕ ਧਿਰਾਂ ਨੂੰ ਇੱਕ ਵੀ ਧਿਰ ਨਾਰਾਜ਼ ਨਹੀਂ ਲੱਗਣੀ ਚਾਹੀਦੀ, ਉਹਨਾਂ ਨੂੰ ਲੱਗਣਾ ਚਾਹੀਦਾ ਕਿ ਅਸੀਂ ਕੋਈ ਨਾਰਾਜ਼ ਕਰਨੀ, ਇਸ ਲਈ ਉਹ ਕਹਿੰਦੇ ਕਿ ਚੱਲਣ ਦਿਓ। ਪਰ ਹੁਣ ਲੰਘੇ ਦਿਨੀ ਜਦੋਂ ਵਿੱਤ ਕਮਿਸ਼ਨ ਨਾਲ ਮੀਟਿੰਗ ਸੀ, ਜਿਸ ਚ ਮੁੱਖ ਮੰਤਰੀ ਸਾਹਿਬ ਵੀ ਸੀ, ਵਿੱਤ ਮੰਤਰੀ ਵੀ ਸੀ, ਸਾਰਾ ਹਮਲਾ ਫਾਲਾ ਵੀ ਸੀ, ਉਹਦੇ ਵਿੱਚ ਉਹਨਾਂ ਨੇ ਚੰਗੀ ਇਹਨਾਂ ਦੀ ਝਾੜ ਬਾਈ, ਚੰਗੀ ਕਲਾਸ ਲਈ ਕਿ ਬਈ ਆਹ ਕੀ ਸਬਸਿਡੀਆਂ ਵਾਲਾ ਰਾਹ ਫੜਿਆ, ਮੁਫਤ ਵਾਲਾ ਰਾਹ ਫੜਿਆ, ਤੁਸੀਂ ਤਾਂ ਪੰਜਾਬ ਦਾ ਪੱਠਾ ਬਿਠਾ ਦੋਗੇ, ਪਹਿਲਾਂ ਅਕਾਲੀ ਕਾਂਗਰਸੀ ਬਿਠਾ ਗਏ, ਦੂਸਰਾ ਤੇ ਹੋ। ਸੋ ਉਸ ਝਾੜਾਂ ਤੋਂ ਬਾਅਦ ਇਹਨਾਂ ਨੇ ਵਿੱਤ ਕਮਿਸ਼ਨ ਦੇ ਮੂਹਰੇ ਇੱਕ ਤਜਵੀਜ਼ ਰੱਖੀ ਕਿ ਜੇ ਅਸੀਂ ਖੇਤੀ ਵਾਲੀਆਂ ਮੋਟਰਾਂ ਸੋਲਰ ਤੇ ਲੈ ਜਾਈਏ, ਜੇ ਅਸੀਂ ਸੂਰਜ ਦੇਵਤਾ ਨੂੰ ਮੱਥਾ ਟੇਕ ਲਈਏ ਕਿ ਭਾਈ ਤੁਸੀਂ ਚਲਾ ਦਿਓ ਸਾਡੀਆਂ ਮੋਟਰਾਂ, ਹਾਂਜੀ, ਕੀ ਫੇਰ ਸਾਨੂੰ ਤੁਸੀਂ ਸਹਾਇਤਾ ਕਰੋਗੇ ਸੋਲਰ ਸਿਸਟਮ ਦੇ ਲਾਗੂ ਕਰਨ ਦੇ ਲਈ? ਉਸ ਤਜਵੀਜ਼ ਦੇ ਹਵਾਲੇ ਨਾਲ ਉਧਰੋਂ ਜੇ ਮਾੜਾ ਮੋਟਾ ਪੋਜ਼ਿਟਿਵ ਹੰਗਾਰਾ ਮਿਲਿਆ ਤਾਂ ਇਹਨਾਂ ਨੇ ਜਦੇ ਜਿਹੜਾ ਪੇਡਾ ਹੈ ਪੰਜਾਬ ਊਰਜਾ ਵਿਕਾਸ ਏਜੰਸੀ ਹੈ ਜਿਹੜੀ, ਉਹਨੂੰ ਕਹਿਤਾ ਵੀ ਰਿਪੋਰਟਾਂ ਤਿਆਰ ਕਰੋ। ਠੀਕ ਹੈ, ਉਹ ਰਿਪੋਰਟਾਂ ਤਿਆਰ ਕਰਨ ਵਿੱਚ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਉਹਦੇ ਪਿੱਛੇ ਮਨਸ਼ਾ ਇਹੀ ਹੈ ਕਿ ਲਗਾਤਾਰ ਬਿਜਲੀ ਸਬਸਿਡੀ 22,000 ਕਰੋੜ ਨੂੰ ਅੱਪੜ ਗਈ। ਅੱਜ ਦੀ ਤਰੀਕ 'ਚ 21,909 ਕਰੋੜ ਤੇ ਪਹੁੰਚ ਗਿਆ ਬਿਜਲੀ ਸਬਸਿਡੀ ਦਾ ਮਾਮਲਾ। ਜੀ, ਸੋ ਉੱਥੋਂ ਚਰਨਜੀਤ ਭੁੱਲਰ ਹੋਰਾਂ ਦੀ ਰਿਪੋਰਟ ਵੀ ਇਸ ਮਸਲੇ ਤੇ ਪੂਰੀ ਨਜ਼ਰ ਹੋਈ ਹੈ ਨਾ। ਸੋ ਉਸ ਹਵਾਲੇ ਨਾਲ ਵੀ ਜੇ ਤੁਸੀਂ ਸਮਝਣਾ ਹੋਵੇ ਕਿ ਉਹ ਕਹਿੰਦੇ ਕਿ ਬਈ ਸਭ ਤੋਂ ਵੱਡਾ ਮਸਲਾ ਹੈਗਾ ਕਿਸਾਨ 500 ਮੈਗਾਵਾਟ ਤੋਂ ਲੈ ਕੇ 9 ਕਿਲੋ ਵਾਟ ਤੱਕ ਦੀ ਸਮਰੱਥਾ ਵਾਲਾ ਜਿਹੜਾ ਨਵਿਆਉਣ ਵਾਲਾ, ਖੁਦੇ ਨਵਿਆਇਆ ਜਾਂਦਾ ਜਿਹੜਾ ਊਰਜਾ ਪਲਾਂਟ, ਜੇ ਉਹਦੀ ਸਥਾਪਨਾ ਵੀ ਕਰ ਲਈ ਤਾਂ ਉਹਦੇ ਵਿੱਚ 30% ਸਬਸਿਡੀ ਹੈ। ਠੀਕ ਹੈ। ਫਿਰ ਦੂਸਰੇ ਪਾਸੇ ਪੰਜਾਬ ਸਰਕਾਰ ਨੇ ਇਸ ਨੂੰ ਇਸ ਵੱਲ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਕਿ ਜੇ ਅਸੀਂ ਮੰਨ ਲਓ 75,000 ਮੋਟਰਾਂ ਪਹਿਲੇ ਪੜਾਅ 'ਚ ਕਰ ਦਈਏ, ਹਾਂਜੀ, ਜਾਂ ਅਸੀਂ ਮੰਨ ਲਓ 300 350 ਜਿਹੜੇ ਖੇਤੀ ਫੀਡਰ ਨੇ ਜਿਹਤੋਂ ਖੇਤੀ ਮੋਟਰਾਂ ਨੂੰ ਬਿਜਲੀ ਜਾਂਦੀ ਆ, ਉਹ ਖੇਤੀ ਫੀਡਰਾਂ ਨੂੰ ਸੂਰਜ ਊਰਜਾ ਤੇ ਲਿਆਈਏ, ਸੋਲਰ ਪੈਨਲਾਂ ਤੇ ਲਿਆਈਏ, ਫਿਰ ਸਾਡੀ 275 ਤੋਂ ਲੈ ਕੇ 300 ਕਰੋੜ ਤੱਕ ਦੀ ਸਬਸਿਡੀ ਬਚਦੀ ਹੈ। ਜੇ ਅਸੀਂ ਜਿਹੜੇ ਆਪਣੇ ਖੇਤੀ ਫੀਡਰ ਨੇ ਇਹਨਾਂ ਦੀ ਗਿਣਤੀ 1500 ਤੱਕ ਲੈ ਜਾਈਏ, 1500 ਫੀਡਰਾਂ ਤੱਕ ਇਹਨੂੰ ਸੂਰਜ ਊਰਜਾ ਤੇ ਲੈ ਜਾਈਏ, ਤਾਂ ਸਾਡੀ 1200-1300 ਕਰੋੜ ਦੀ ਸਬਸਿਡੀ ਬਚਦੀ ਹੈ। ਸੋ ਇਹ ਵੱਡੀ ਰਾਹਤ ਵਾਲੀ ਗੱਲ ਹੈ ਉਹਨਾਂ ਦੀ ਤਾਂ ਜੀ। ਸੋ ਲਗਭਗ ਅੱਧ ਦੇ ਨੇੜੇ ਜੇ ਉਹ ਪਹੁੰਚ ਜਾਣ ਹੈ ਨਾ, ਤਾਂ ਉਹਨਾਂ ਲਈ ਵੱਡੀ ਰਾਹਤ ਹੋਊਗੀ, ਕਿਉਂਕਿ ਘਰ ਵਾਲੀ ਬਿਜਲੀ ਦੇ ਬਾਅਦ ਚੋਂ ਫਿਰ ਸੋਚਣਗੇ ਇੱਧਰ ਨੂੰ ਵੀ ਜਾਣਾ ਕਿ ਨਹੀਂ ਜਾਣਾ। ਸੋ ਇਸ ਲਈ ਹੁਣ ਪੇਡਾਂ ਨੂੰ ਹਦਾਇਤ ਕੀਤੀ ਆ ਤੇ ਵਿੱਤ ਕਮਿਸ਼ਨ ਦੀ ਮਿਹਨਤ ਕੀਤੀ ਆ ਜੀ, ਪੇਡਾਂ ਨੂੰ ਹਦਾਇਤ ਕੀਤੀ ਕਿ ਪੂਰਾ ਖਾਕਾ ਤਿਆਰ ਕਰੋ ਮੋਟਰਾਂ ਦੇ ਹਿਸਾਬ ਕਿਤਾਬ ਨਾਲ, ਤੇ ਵਿੱਤ ਕਮਿਸ਼ਨ ਨੂੰ ਮਤਲਬ ਬੇਨਤੀ ਕੀਤੀ ਕਿ ਇੱਕ ਵਾਰ ਸਾਡਾ ਸਾਥ ਦੇ ਦਿਓ, ਇੱਕ ਵਾਰ ਸੋਲਰ ਪੈਨਲ ਲੱਗ ਗਿਆ 20-25 ਸਾਲ ਚੱਲ ਗਿਆ। ਸੋ ਉਸ ਸਾਰੇ ਦੇ ਹਵਾਲੇ ਨਾਲ ਕਿ ਕਿਉਂਕਿ ਹਰ ਸਾਲ ਪ੍ਰਵੀਨ ਜੀ ਬਿਜਲੀ ਦੀ ਮੰਗ ਵੱਧ ਰਹੀ ਆ ਜੀ, ਠੀਕ ਹੈ, ਹਰ ਸਾਲ ਬਿਜਲੀ ਮਹਿੰਗੀ ਵੀ ਹੋ ਰਹੀ ਆ, ਮੰਗ ਵਧਣ ਨਾਲ ਵੀ ਖਰਚਾ ਵੱਧਦਾ ਤੇ ਮਹਿੰਗੀ ਹੋਣ ਨਾਲ ਵੀ ਖਰਚਾ ਵੱਧਦਾ। ਸੋ ਦੋਵਾਂ ਚੀਜ਼ਾਂ ਦੇ ਹਵਾਲੇ ਨਾਲ ਪੰਜਾਬ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਹੁਣ ਘੱਟੋ ਘੱਟ ਸਬਸਿਡੀ ਨੂੰ ਕਿਤੇ ਲਿਆ ਕੇ ਰੋਕ ਲਈਏ ਜੀ, ਪਰ ਉਹ ਇਹਨੂੰ ਵਾਪਸ ਲੈ ਨਹੀਂ ਸਕਦੀ, ਪਰੇ ਕਰ ਨਹੀਂ ਸਕਦੀ। ਸੋ ਇਹ ਸਾਰੀ ਸਥਿਤੀ ਚ ਹੁਣ ਕਿਵੇਂ ਨਿਕਲਣਗੇ ਦੇਖਣ ਵਾਲੀ ਗੱਲ ਹੋਊਗੀ ਜੀ। ਬਿਲਕੁਲ। ਪਰ ਦੇਖੋ, ਵੋਟ ਤੰਤਰ ਦੇ ਵਿੱਚ ਸਾਨੂੰ ਐਲਾਨ ਤਾਂ ਇਹੋ ਜਿਹੇ ਕਰਨੇ ਪੈਂਦੇ ਜਿਹਦੇ ਨਾਲ ਵੱਧ ਤੋਂ ਵੱਧ ਵੋਟ ਬੈਂਕ ਜੁੜੇ। ਪਰ ਤੁਸੀਂ ਸ਼ੁਰੂਆਤ ਦੇ ਵਿੱਚ ਉਸ ਗੱਲ ਨੂੰ ਬਹੁਤ ਵੱਡੇ ਤਰੀਕੇ ਨਾਲ ਕਾਊਂਟਰ ਕਰਤਾ ਵੀ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਬਿਜਲੀ ਸਬਸਿਡੀ ਦਿੱਤੀ ਸੀ, ਤੇ ਜੇਕਰ ਬਿਜਲੀ ਸਬਸਿਡੀ ਨਾਲ ਹੀ ਸਰਕਾਰਾਂ ਬਣਦੀਆਂ ਹੁੰਦੀਆਂ ਤੇ ਹੁਣ ਤਾਂ ਟੁੱਟਦੀ ਨਾ। ਪਰ ਇਹ ਅਸਲ ਦੇ ਵਿੱਚ ਨਾ ਸੱਤਾ ਨੇ ਤਾਂ ਹੋਰ ਤਰੀਕੇ ਨਾਲ ਚੀਜ਼ਾਂ ਨੂੰ ਚਲਾਉਣਾ ਹੁੰਦਾ, ਪਰ ਇਹ ਸਾਰਾ ਕੁਝ ਸੋਚਣਾ ਹੁੰਦਾ ਦੂਰਦਰਸ਼ੀ ਜਿਹੜੇ ਜਾਂ ਦੂਰਗਾਮੀ ਜਿਹੜੇ ਨਤੀਜੇ ਭੁਗਤਣੇ ਹੁੰਦੇ ਆ, ਉਹਨਾਂ ਦੀ ਜਿਹੜੀ ਰੋਡ ਮੈਪ ਤਿਆਰ ਕਰਨਾ ਉਹ ਅਫਸਰਸ਼ਾਹੀ ਦਾ ਕੰਮ ਹੁੰਦਾ ਅਸਲ 'ਚ। ਜੇ ਸਾਡੀ 15-20 ਸਾਲ ਪਹਿਲਾਂ ਅਫਸਰਸ਼ਾਹੀ ਨੇ ਇਹ ਦਿਮਾਗ ਲੜਾਇਆ ਹੁੰਦਾ ਕਿ ਆਪਾਂ ਇਸ ਰਾਹ ਤੁਰੇ ਤਾਂ ਜਾਂਦੇ ਹਾਂ, ਪਰ ਅੱਗੇ ਜਾ ਕੇ ਮੋਟਰਾਂ ਦੀ ਗਿਣਤੀ ਵੀ ਵਧਣੀ ਹੈ ਤੇ ਬਿਜਲੀ ਖਪਤ ਵੀ ਵਧੀ ਜਾਣੀ, ਜਿਉਂ-ਜਿਉਂ ਵਸੋਂ ਵਧਣੀਆਂ ਜਾਂ ਜਿਉਂ-ਜਿਉਂ ਸਾਧਨ ਵਧੀ ਜਾਣੇ ਸੂਬੇ ਦੇ ਵਿੱਚ। ਤਾਂ ਅੱਜ 22,000 ਕਰੋੜ ਤੇ ਆਪਾਂ ਅੱਪੜ ਗਏ ਹਾਂ, ਨੱਥ ਨਾ ਪਾਈ ਤਾਂ ਉਹ ਦਿਨ ਦੂਰ ਨਹੀਂ ਜਦੋਂ 30 ਤੇ ਵੀ ਉੱਪੜ ਜਾਣਗੇ, ਤੇ ਉੱਤੋਂ ਸਾਡਾ ਕਰਜ਼ਾ ਵੀ ਦੇਖ ਲਓ ਤੁਸੀਂ। ਸੋ ਠੀਕ ਆ, ਕਿਸਾਨੀ ਮੈਂ ਵੀ ਇੱਕ ਕਿਸਾਨ ਪਰਿਵਾਰ ਚੋਂ ਆਉਣਾ, ਅਸੀਂ ਕਹਿਣਾ ਕਿ ਸਾਨੂੰ ਬਿੱਲ ਲਾ ਲਓ ਪਰ ਸਾਨੂੰ ਸਾਡੀ ਫਸਲ ਦੇ ਵਿੱਚੋਂ ਪੈਸਾ ਦੇ ਦਿਓ ਸਾਨੂੰ ਮੁੜ ਕੇ। ਹੁਣ ਵੀ ਪੰਜਾਬ ਸਰਕਾਰ ਦਾਅਵੇ ਕਰਦੀ ਸੀ ਕਿ 8-8 ਘੰਟੇ ਬਿਜਲੀ ਦੇਵਾਂਗੇ, ਮੋਟਰਾਂ ਤੇ ਪੂਰੀ ਬਿਜਲੀ ਮਿਲੂਗੀ, ਉਹ ਕੱਟਾਂ ਦੀਆਂ ਸੂਚਨਾਵਾਂ ਹੀ ਆਉਂਦੀਆਂ ਪਿੰਡ ਵਾਲੇ ਗਰੁੱਪਾਂ ਦੇ ਵਿੱਚ, ਸੋ ਕਿੱਥੋਂ ਲੱਭ ਰਹੀ ਹੈ ਬਿਜਲੀ ਪੂਰੀ। ਇਸ ਲਈ ਇਹ ਸਥਿਤੀ ਬਹੁਤ ਬਿਜਲੀ ਸੰਕਟ ਵੱਡਾ ਪੰਜਾਬ 'ਚ ਬਣਦਾ ਜਾ ਰਿਹਾ। ਸਰਕਾਰ ਇਸ ਨੂੰ ਵੋਟ ਬੈਂਕ ਨਾਲ ਨਾ ਦੇਖੇ, ਪੰਜਾਬ ਦੀ ਸਥਿਤੀ ਨੂੰ ਸਮਝ ਕੇ ਦੇਖੇ। ਹਾਂਜੀ, ਬਿਲਕੁਲ। ਬਾਕੀ ਜਿਹੜੇ ਪਿਛਲੇ ਆ ਨਾ ਜਿਹੜੇ ਕਿਸਾਨ ਵਿਚਾਰੇ ਮੋਟਰ ਚਲਾਉਣ ਦੇ
ਯੋਗ ਹੀ ਨਹੀਂ ਹੈਗੇ, ਉਹ ਤਾਂ ਅਜੇ ਵੀ ਡੀਜ਼ਲ ਫੂਕ ਰਹੇ ਨੇ ਤੇ ਡੀਜ਼ਲ ਉਹਨਾਂ ਲਈ ਰੋਜ਼ ਮਹਿੰਗਾ ਹੋਈ ਜਾਂਦਾ, ਉਹਨਾਂ ਦੀ ਸਹਾਇਤਾ ਕਿਤੇ ਵੀ ਨਹੀਂ ਹੋ ਰਹੀ। ਮਤਲਬ ਮੋਟਰ ਹਰੇਕ ਕੋਲੇ ਤਾਂ ਹੈ ਵੀ ਨਹੀਂ ਗੀ, ਸਹੀ ਗੱਲ ਹੈ, ਛੋਟੇ ਸੀਮਾਂਤ ਕਿਸਾਨੀ ਕੋਲੇ ਤਾਂ ਉਹ ਚੀਜ਼ ਹੈ ਵੀ ਨਹੀਂ ਗੀ, ਟਿਊਬਵੈਲ ਹੈ ਨਹੀਂ। ਹਾਂਜੀ, 1.5-2-3 ਕਿੱਲਿਆਂ ਵਾਲਾ ਕਿੱਥੋਂ 4 ਲੱਖ ਰੁਪਏ ਨਾਲ ਟਿਊਬਵੈਲ ਲਾ ਕੇ ਤੇ ਕਿੱਥੋਂ ਦਾ ਕਨੈਕਸ਼ਨ ਲੈ ਲੂਗਾ, ਉਹਦੇ ਚ ਤਾਂ ਇੰਨੀ ਆਰਥਿਕ ਸਮਰੱਥਾ ਹੀ ਹੈ ਨਹੀਂ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਨਾ ਸ਼ਾਇਦ ਆਪਾਂ ਚਰਚਾ ਵੀ ਕੀਤੀ ਸ਼ਰਮਾ ਜੀ, ਪਰ ਆਪਾਂ ਇਹਦੇ ਤੇ ਖਬਰ ਸ਼ਾਇਦ ਆਫ ਦੀ ਰਿਕਾਰਡ ਕੀਤੀ ਹੋਵੇ ਗੱਲਬਾਤ, ਇਹਨਾਂ ਨੇ ਸ਼ੁਰੂ ਦੇ ਵਿੱਚ ਇਹ ਵੀ ਕਿਹਾ ਸੀਗਾ ਕਿ ਜਿਹੜੇ ਸੂਰਜੀ ਊਰਜਾ ਵਾਲੇ ਜਿੰਨੇ ਵੀ ਸਮਝੌਤੇ ਕੀਤੇ ਅਸੀਂ ਉਹਨਾਂ ਨੂੰ ਵੀ ਖੰਗਾਲਾਂਗੇ, ਉਹਦਾ ਕੀ ਬਣਿਆ ਬਾਅਦ ਚ ਕਿਸੇ ਨੂੰ ਨਹੀਂ ਪਤਾ ਲੱਗਿਆ। ਨਹੀਂ, ਸੋਲਰ ਸਿਸਟਮ ਤੇ ਮੋਟਰਾਂ ਲਿਆਉਣ ਦੀ ਤਜਵੀਜ਼ ਨਵੀਂ ਨਹੀਂ ਹੈ, ਸਰਕਾਰ ਕੋਲ ਕਾਫੀ ਖਾਕਾ ਤਿਆਰ ਹੈ ਬਿਲਕੁਲ ਜੀ। ਉਹ ਕੰਮ ਮਨਪ੍ਰੀਤ ਬਾਦਲ ਨੇ ਬਹੁਤ ਕੀਤਾ ਹੋਇਆ। ਮਤਲਬ ਬਾਦਲਾਂ ਦੀ ਸਰਕਾਰ ਤੋਂ ਸ਼ੁਰੂ ਕਰਕੇ ਕਾਂਗਰਸ ਦੀ ਸਰਕਾਰ ਤੱਕ ਮਨਪ੍ਰੀਤ ਬਾਦਲ ਜਦੋਂ ਵਿੱਤ ਮੰਤਰੀ ਰਹੇ, ਉਹਨਾਂ ਨੇ ਕਈ ਵਿਭਾਗਾਂ ਨਾਲ, ਕਈ ਸੂਬਿਆਂ ਤੇ ਹੋਰਨਾਂ ਮੁਲਕਾਂ ਦੇ ਹਵਾਲੇ ਨਾਲ ਡਾਟਾਬੇਸ ਇਕੱਠਾ ਕਰਕੇ ਉਹਨੂੰ ਸੂਰਜੀ ਊਰਜਾ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਠੀਕ ਹੈ ਜੀ। ਪਰ ਉਸ ਸਮੇਂ ਉਹ ਗੱਲ ਪੂਰ ਨਹੀਂ ਚੜੀ, ਸੋ ਕਾਫੀ ਦਸਤਾਵੇਜ਼ੀ ਕੰਮ ਹੋਇਆ ਵਾ ਜੀ। ਸੋ ਹੁਣ ਉਹਦਾ ਲਾਹਾ ਲੈ ਸਕਦੇ ਕਿ ਨਹੀਂ, ਇਹ ਦੇਖਣ ਵਾਲੀ ਗੱਲ ਹੈ। ਬਿਜਲੀ ਵਿਭਾਗ ਨੂੰ ਹੀ ਥੋੜਾ ਜਿਹਾ ਅੱਗੇ ਹੋਰ ਤੁਰ ਗਏ ਇਹਨਾਂ ਦੇ ਵਿੱਚ ਹੀ, ਥੋੜਾ ਜਿਹਾ ਆਪਾਂ ਦੇਖੀਏ ਇਸ ਮਹਿਕਮੇ ਦੇ ਵਿੱਚ ਰਿਟਾਇਰ ਮੁਲਾਜ਼ਮਾਂ ਦੀ ਸਰਕਾਰ ਨੇ ਕਰ ਦਿੱਤੀ ਹੈ ਭਾਲ ਸ਼ੁਰੂ ਸ਼ਰਮਾ ਜੀ, ਤੇ ਬੇਰੁਜ਼ਗਾਰ ਕਹਿੰਦੇ ਫਿਰ ਨਾਰੇ ਮਾਰਨ ਜੋ ਕੀ ਹੈ। ਨਹੀਂ, ਆਮ ਆਦਮੀ ਪਾਰਟੀ ਕਿਸ ਨਾਰੇ ਨਾਲ ਆਈ ਸੀ ਸਰ? ਰੋਜ਼ਗਾਰ ਦੇਣ ਦੇ ਨਾਰੇ, ਕੱਚੇ ਰੋਜ਼ਗਾਰ ਦੇਣ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ, ਠੇਕਾ ਪ੍ਰਣਾਲੀ ਖਤਮ ਕਰਾਂਗੇ, ਸੇਵਾ ਮੁਕਤ ਦੀ ਥਾਂ ਤੇ ਨਵੀਂ ਭਰਤੀ ਕਰਾਂਗੇ, ਇਹੀ ਵਾਅਦੇ ਨਾਰੇ ਸੀ। ਸੋ ਉਹ ਵਾਅਦੇ ਨਾਰੇ ਹੁਣ ਵਫਾ ਹੀ ਨਹੀਂ ਹੋ ਰਹੇ। ਆਪਾਂ ਪਟਵਾਰੀਆਂ ਦੇ ਮਾਮਲੇ 'ਚ ਦੇਖਿਆ ਖਾਸਾ ਖਲਾਰਾ ਪਿਆ ਰਿਹਾ ਹੈ, ਤੇ ਹੁਣ ਆ ਬਿਜਲੀ ਵਾਲੇ, ਬਿਜਲੀ ਵਿਭਾਗ ਨੇ ਬਕਾਇਦਾ ਤੌਰ ਤੇ ਜ਼ਿਲ੍ਹਾ ਪੱਧਰ ਤੇ ਆਪਣੇ ਸਾਰੇ ਦਫ਼ਤਰਾਂ ਨੂੰ ਚਿੱਠੀ ਕੱਢ ਕੇ ਕਿਹਾ ਕਿ ਸੇਵਾ ਮੁਕਤ ਤਕਨੀਕੀ ਮਾਹਰ ਮੁਲਾਜ਼ਮ ਲੱਭੋ। ਠੀਕ ਹੈ ਜੀ। ਸੇਵਾ ਮੁਕਤ ਲਾਈਨਮੈਨ, ਸਹਾਇਕ ਲਾਈਨਮੈਨ ਲੱਭੋ ਤੇ ਉਹਨਾਂ ਦੀ ਭਰਤੀ ਕਰੋ ਤੇ ਉਹਨਾਂ ਨੂੰ ਠੇਕੇ ਤੇ ਲਿਆਓ ਤੇ ਕੰਮ ਲਓ। ਠੀਕ ਹੈ। ਪਾਵਰਕੌਮ ਕਹਿੰਦਾ ਕਿ ਸਾਡੇ ਕੋਲ ਕੰਮ ਦਾ ਲੋਡ ਬਹੁਤ ਹੈ ਤੇ ਮੁਲਾਜ਼ਮਾਂ ਦੀ ਕਮੀ ਹੈ। ਜੇ ਕੰਮ ਦਾ ਲੋਡ ਹੈ ਤੇ ਮੁਲਾਜ਼ਮਾਂ ਦੀ ਕਮੀ ਹੈ ਤਾਂ ਪੰਜਾਬ 'ਚ ਨਵੀਂ ਭਰਤੀ ਲਈ ਲਾਈਨਾਂ ਲੱਗੀਆਂ ਪਈਆਂ। ਜਵਾਕ ਚੰਗੀਆਂ ਯੂਨੀਵਰਸਿਟੀਆਂ, ਚੰਗੇ ਕਾਲਜਾਂ ਤੋਂ ਇੰਜੀਨੀਅਰਿੰਗ ਵਾਲੀਆਂ ਡਿਗਰੀਆਂ ਲੈ ਕੇ ਲਾਈਨ 'ਚ ਖੜੇ ਨੇ, ਤੁਹਾਡੇ ਨੌਰਮ ਪੂਰੇ ਕਰਦੇ ਨੇ, ਪਰ ਤੁਸੀਂ ਭਰਤੀ ਨਹੀਂ ਕਰਨੀ, ਤੁਸੀਂ ਠੇਕਾ ਪ੍ਰਣਾਲੀ ਖਤਮ ਕਰਨੀ, ਠੇਕਾ ਪ੍ਰਣਾਲੀ ਨੂੰ ਵਧਾਵਾ ਦੇ ਰਹੇ ਹੋ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੁਣ ਜਿੱਦਣ ਦੀ ਸਰਕਾਰ ਬਣੀ ਆ ਤਿੱਦਣ ਦੇ ਤੁਸੀਂ ਲਗਾਤਾਰ ਠੇਕੇ ਦੀ ਰੱਖੋਗੇ। ਜਿਹੜੇ ਹੁਣ ਸੇਵਾ ਮੁਕਤ ਨੂੰ ਸੱਦਿਆ ਜਾ ਰਿਹਾ, ਹਾਂਜੀ, ਉਹਨੂੰ ਠੇਕੇ ਦੀ ਰੱਖੋਗੇ। ਲੁਧਿਆਣੇ ਇਹਨਾਂ ਦਾ ਮੁੱਖ ਦਫ਼ਤਰ ਆ, ਜਿਹੜਾ ਕੇਂਦਰੀ ਜ਼ੋਨ ਹੈ ਲੁਧਿਆਣੇ ਦਾ, ਜੀ, ਉੱਥੋਂ 7002/5 ਨੰਬਰ ਲਾ ਕੇ ਚਿੱਠੀ ਜਾਰੀ ਹੋਈ ਆ 23/7/2024 ਨੂੰ। ਠੀਕ ਹੈ। ਅੱਛਾ, 23 ਜੁਲਾਈ ਨੂੰ ਚਿੱਠੀ ਜਾਰੀ ਹੋਈ ਆ, ਜਿਹੜੀ ਸਾਰੇ ਪੰਜਾਬ ਦੇ ਮੁੱਖ ਇੰਜੀਨੀਅਰਿੰਗ ਦਫ਼ਤਰਾਂ ਨੂੰ ਕਹੀ ਗਈ ਹੈ ਕਿ ਟੈਕਨੀਕਲ ਕੰਮ ਹੈ, ਸਹਾਇਕ ਲਾਈਨਮੈਨ ਤੇ ਲਾਈਨਮੈਨ ਸੇਵਾ ਮੁਕਤ ਜਿਹੜੇ ਹੋਏ ਨੇ ਉਹ ਲੱਭੋ ਤੇ ਉਹਨਾਂ ਨੂੰ ਦੁਬਾਰਾ ਕੰਮ ਤੇ ਲਿਆਓ। ਹੁਣ ਇਹਦੇ ਵੀ ਦੋ ਪਹਿਲੂ ਨੇ ਪ੍ਰਵੀਨ ਜੀ। ਪਹਿਲਾ ਪਹਿਲੂ ਤਾਂ ਇਹ ਹੈ ਕਿ ਜਿਹੜਾ ਸੇਵਾ ਮੁਕਤ ਹੋਇਆ, ਸਰਕਾਰ ਨੇ ਹੱਦ ਰੱਖੀ 58 ਸਾਲ। ਇਹਦਾ ਮਤਲਬ ਸਰਕਾਰ ਇਹ ਮੰਨ ਕੇ ਚੱਲਦੀ ਹੈ ਕਿ 58 ਸਾਲ ਤੋਂ ਬਾਅਦ ਉਹ ਕੰਮ ਵਿੱਚ ਉਹ ਸਮਰੱਥਾ, ਉਹ ਤਾਕਤ, ਉਹ ਤੇਜ਼ੀ, ਉਹ ਜੋਸ਼ ਨਹੀਂ ਹੁੰਦਾ ਕੰਮ ਕਰਨ ਦਾ, ਇਸ ਲਈ ਸਾਨੂੰ ਨਵੇਂ ਜੋਸ਼ ਦੀ ਲੋੜ ਆ। ਬਿਲਕੁਲ ਜੀ, ਬਿਲਕੁਲ। ਪਰ ਤੁਸੀਂ ਕਹਿੰਦੇ ਹੋ ਕਿ ਖਰਚੇ ਵੀ ਬਚ ਜਾਣ ਤੇ ਸਾਡਾ ਕੰਮ ਵੀ ਚੱਲ ਜਾਵੇ। ਜਿਹੜਾ ਬੰਦਾ ਸੇਵਾ ਮੁਕਤ ਹੋਇਆ, ਲਾਈਨਮੈਨ, ਸਹਾਇਕ ਲਾਈਨਮੈਨ ਦੇ ਉਹਦੇ ਤੋਂ, ਮੰਨ ਲਓ ਉਹਦੀ ਤਨਖਾਹ 50-60 ਹਜ਼ਾਰ, ਵੈਸੇ ਤਾਂ ਵੱਧੇ ਹੋਊਗੀ ਜੀ, ਹੈ ਨਾ, ਪਰ 50-60 ਹਜ਼ਾਰ ਆ। ਹੁਣ 50-60 ਹਜ਼ਾਰ ਵਾਲੇ ਨੂੰ ਤੁਸੀਂ ਠੇਕੇ ਤੇ ਭਰਤੀ ਕਰ ਰਹੇ ਹੋ ਰਿਟਾਇਰ ਹੋਣ ਤੋਂ ਬਾਅਦ 15-20 ਹਜ਼ਾਰ ਤੇ। ਹੁਣ ਕੰਮ ਤਾਂ ਤੁਸੀਂ ਉਹ ਤੋਂ ਉਨਾ ਹੀ ਲੈਣਾ। ਜੇ ਉਹ 60 ਹਜ਼ਾਰ ਵਾਲਾ ਕੰਮ ਹੁਣ 20 ਹਜ਼ਾਰ ਚ ਕਰ ਰਹੇ ਹੋ, ਤੁਸੀਂ ਸ਼ੋਸ਼ਣ ਕਰ ਰਹੇ ਹੋ ਉਹਦਾ। ਹਾਂਜੀ। ਜਾਂ ਤੁਸੀਂ ਇਹ ਗੱਲ ਮੰਨੋ ਕਿ ਭਾਈ ਪਹਿਲਾਂ ਵੀ ਕੰਮ ਉਹ 20 ਹਜ਼ਾਰ ਵਾਲਾ ਹੀ ਕਰਦਾ ਸੀ, ਅਸੀਂ ਵੱਧ ਲਟਾਈ ਕਰਦੇ ਸੀ ਜੀ। ਸਹੀ, ਕਿ ਕੰਮ ਤਾਂ ਉਹਦਾ 20 ਹਜ਼ਾਰ ਵਾਲਾ ਹੀ ਸੀ, ਅਸੀਂ ਉਹੀ 60 ਹਜ਼ਾਰ ਦੇ ਜਾਂਦਾ ਸੀ। ਦੂਸਰੇ ਪਾਸੇ ਨਵੀਂ ਪੀੜ੍ਹੀ ਹੁਣ ਇਸ ਮਸਲੇ ਤੇ ਰੋਸੇ ਚ ਆ ਗਈ। ਜਿਹੜੀਆਂ ਇੰਜੀਨੀਅਰਿੰਗ ਡਿਗਰੀਆਂ ਵਾਲੇ ਨੌਜਵਾਨ ਨੇ, ਉਹਨਾਂ ਨੇ ਇਹਦਾ ਵਿਰੋਧ ਕੀਤਾ ਕਿ ਇਹ ਸਰਕਾਰ ਸਾਡੇ ਨਾਲ ਵਾਅਦਿਆਂ ਤੋਂ ਭੱਜ ਰਹੀ ਆ। ਇੱਥੋਂ ਤੱਕ ਕਿ ਜਿਹੜੇ ਮੁਲਾਜ਼ਮ ਡਿਊਟੀਆਂ ਨਿਭਾ ਰਹੇ ਨੇ, ਉਹਨਾਂ ਨੇ ਵੀ ਇਹਦਾ ਵਿਰੋਧ ਕੀਤਾ। ਠੀਕ ਹੈ। ਮੁਲਾਜ਼ਮ, ਬਿਜਲੀ ਵਿਭਾਗ ਦੇ ਮੁਲਾਜ਼ਮ ਯੂਨੀਅਨਾਂ ਨੇ ਵੀ ਇਹਦਾ ਵਿਰੋਧ ਕੀਤਾ ਕਿ ਤਰੀਕਾ ਸਹੀ ਨਹੀਂ ਹੈ। ਸੋ ਪਰ ਸਰਕਾਰ ਆਪਣੀ ਇਹ ਸੜੀ ਤੇ ਅੜੀ ਆ, ਉਹਨਾਂ ਨੂੰ ਬੇਰੁਜ਼ਗਾਰੀ ਦਾ ਕੋਈ ਫਿਕਰ ਨਹੀਂ, ਉਹਨਾਂ ਨੂੰ ਪੰਜਾਬ ਦੀ ਜਵਾਨੀ ਦਾ ਫਿਕਰ ਨਹੀਂ। ਮਾਨ ਸਾਹਿਬ ਦੇ ਉਹ ਨਾਰੇ ਹਵਾ ਹੋ ਗਏ ਕਿ ਹੱਥਾਂ ਚੋਂ ਤਰਿੰਜਾਂ ਫੜ ਕੇ ਟਿਫਨ ਦੇ ਡੱਬੇ ਫੜਾਉਣੇ ਨੇ, ਚੁੱਲ੍ਹਿਆਂ 'ਚ ਅੱਗ ਮਚਾਉਣੀ ਆ। ਆਪਾਂ ਹੀ ਸੇਵਾ ਮੁਕਤ ਦੇ ਘਰਾਂ 'ਚ ਤਾਂ ਅੱਗ ਮਚ ਰਹੀ ਆ, ਤੁਸੀਂ ਤਾਂ ਹੋਰ ਘਿਓ ਪਾ ਰਹੇ ਹੋ ਉਹਦੇ ਪਰ, ਹੋਰ ਭਾਂਬੜ ਮਚਾ ਰਹੇ ਹੋ ਉਹਨਾਂ ਦੇ ਘਰੇ। ਇੰਨੇ ਨੋਟ ਉਹਨਾਂ ਨੇ ਕੀ ਕਰਨੇ ਆ, ਹੈ ਨਾ। ਸੋ ਜਿੰਨੀ ਉਹਨਾਂ ਨੂੰ ਪੈਨਸ਼ਨ ਵਾਲੇ, ਜਿਹੜੇ ਪੈਨਸ਼ਨ ਵਾਲੇ, ਉਹਨਾਂ ਨੂੰ ਪੈਨਸ਼ਨ ਨਹੀਂ ਮਿਲੀ ਜਾਂਦੀ ਆ, ਹੈ, ਤੇ ਜਿਹੜੇ ਦੂਸਰੇ ਨੇ ਉਹਨਾਂ ਨੂੰ ਦੁਬਾਰਾ ਨੌਕਰੀਆਂ ਰੱਖ ਕੇ ਨਵਾਂ ਰੁਜ਼ਗਾਰ ਪੈਦਾ ਕਰ ਰਹੇ ਹੋ, ਤੇ ਉਹਨਾਂ ਦੇ ਬੱਚਿਆਂ ਨੂੰ ਦੇ ਦਿਓ।
ਬਿਲਕੁਲ ਪੰਜਾਬ ਦੇ ਨੌਜਵਾਨਾਂ ਨੂੰ ਦੇ ਦਿਓ, ਨਵੀਂ ਪੀੜ੍ਹੀ ਨੂੰ ਦੇ ਦਿਓ ਰੁਜ਼ਗਾਰ। ਉਹਦੇ ਉੱਤੇ ਮਨਸ਼ਾ ਨਹੀਂ ਹੈ। ਇਹ ਸਰਕਾਰ ਦਾ ਸਹੀ ਤਰੀਕਾ ਨਹੀਂ ਹੈ, ਇਹਦਾ ਪੰਜਾਬ ਭਰਤ ਵਿਰੋਧ ਹੋਏਗਾ। ਜੀ ਬਿਲਕੁਲ। ਅੱਗੇ ਵੀ ਸ਼ਾਇਦ ਆਪਾਂ ਗੱਲ ਕੀਤੀ ਸੀ, ਇੱਕ ਹੋਰ ਮਹਿਕਮੇ ਦੇ ਵਿੱਚ ਵੀ ਸਰਕਾਰ ਨੇ ਇਸ ਤਰ੍ਹਾਂ ਰਿਟਾਇਰਡ ਮੁਲਾਜ਼ਮਾਂ ਨੂੰ ਹੀ ਸੱਦਣ ਦੀ ਕੋਸ਼ਿਸ਼ ਕੀਤੀ ਸੀ। ਦੇਖੋ ਸਾਰੇ ਕਿੰਨੇ ਵਿਭਾਗਾਂ 'ਚ ਇਹੋ ਜਿਹਾ ਪਟਵਾਰੀਆਂ ਦੇ ਮਾਮਲੇ ਸ਼ਾਇਦ, ਹਾਂਜੀ, ਪੰਚਾਇਤੀ ਵਿਭਾਗ 'ਚ, ਪਟਵਾਰੀਆਂ 'ਚ, ਇਹਨਾਂ ਵੱਖ-ਵੱਖ ਵਿਭਾਗ। ਹਥਿਆਰਾਂ ਦੇ ਨਾਲ ਸੋਸ਼ਲ ਮੀਡੀਆ ਤੇ ਕਹਿੰਦੇ ਜੇਕਰ ਫੋਟੋ ਪਾਈ ਤਾਂ ਲਾਇਸੈਂਸ ਰੱਦ ਹੋ ਜਾਣਗੇ। ਜੀ ਪੰਜਾਬ ਸਰਕਾਰ ਨੇ 2 ਫੈਸਲੇ ਲਏ ਆ। ਠੀਕ ਹੈ ਜੀ। ਦੋਨੇ ਫੈਸਲੇ ਗੌਰ ਮੰਗਦੇ ਆ। ਆਪਾਂ ਤੁਹਾਡੇ ਧਿਆਨ ਚੋਂ ਨਾ, ਆਪਾਂ ਹਥਿਆਰੀ ਲਾਇਸੈਂਸਾਂ ਨੂੰ ਲੈ ਕੇ ਇੱਕ ਦਿਨ ਰਿਪੋਰਟ ਕਰ ਰਹੇ ਸੀ ਕਿ ਪੰਜਾਬ ਸਰਕਾਰ ਨੇ ਜ਼ਿਲ੍ਹਾ ਭਰ ਦੇ ਵਿੱਚ ਐਸਐਸਪੀਆਂ ਨੂੰ, ਡੀਸੀਆਂ ਨੂੰ ਹਦਾਇਤ ਕੀਤੀ ਆ ਕਿ ਤੁਸੀਂ ਆਪਣਾ ਡਾਟਾ ਇਕੱਠਾ ਕਰੋ ਕਿ ਕਿੰਨਿਆਂ ਕੋਲ ਲਾਇਸੈਂਸੀ ਹਥਿਆਰ ਨੇ ਜੀ, ਕਿੰਨਿਆਂ ਕੋਲ 2-2 ਲਾਇਸੈਂਸੀ ਹਥਿਆਰ ਨੇ ਜੀ, ਕਿਹਨੇ ਲੋੜ ਲਈ ਲਿਆ, ਕਿਹਨੇ ਦਿਖਾਵੇ ਲਈ ਲਿਆ, ਕਿਹਨੇ ਧਮਕਾਉਣ ਲਈ ਲਿਆ, ਕਿਹਨੇ ਡਰਾਉਣ ਲਈ ਲਿਆ, ਕਿਹਨੇ ਲੁੱਟਾਂ ਖੋਹਾਂ ਲਈ ਲਿਆ। ਮਤਲਬ ਜਦੋਂ ਬੰਦਾ ਇਹਦੇ ਨਾਲ ਕੋਈ ਵਾਰਦਾਤ ਨੂੰ ਅੰਜਾਮ ਦਿੰਦਾ ਤਾਂ ਨਾਲ ਲਾਇਸੈਂਸ ਤਾਂ ਦਿਖਾਉਂਦਾ ਨਹੀਂ, ਅਗਲੇ ਨੂੰ ਹਥਿਆਰ ਹੀ ਦਿਖਾਉਂਦਾ ਨਾ। ਬਿਲਕੁਲ। ਸੋ ਇਹ ਵੀ ਕਹਿੰਦੇ ਜਾਂਚ ਦਾ ਵਿਸ਼ਾ ਬਣ ਗਿਆ ਕਿ ਕਿਤੇ ਇਹ ਤਾਂ ਨਹੀਂ ਕਿ ਲਾਇਸੈਂਸੀ ਹਥਿਆਰਾਂ ਨਾਲ ਗਿਰੋਹ ਚੱਲੀ ਜਾਂਦੇ ਹੋ। ਸੋ ਇਸ ਲਈ ਇੱਕ ਸਮੀਖਿਆ ਕਰਨ ਦੇ ਲਈ ਹਦਾਇਤਾਂ ਹੋਈਆਂ ਹੇਠਲੇ ਪੱਧਰ ਤੇ ਕਿ ਜੇ ਕਿਸੇ ਨੇ 2 ਲਏ ਜਾਂ 3 ਲਿਆ ਤਾਂ 1 ਦੀ ਲੋੜ ਤਾਂ ਇੱਕੋ ਦਿਓ। ਤੇ ਉਹਦੇ ਵਿੱਚੋਂ ਲਾਇਸੈਂਸ ਰੱਦ ਹੋਣ ਦੀ ਕਵਾਇਦ ਚੱਲੀ। ਪਰ ਹੁਣ ਇੱਕ ਨਵਾਂ ਹੁਕਮ ਆਇਆ ਪੰਜਾਬ ਸਰਕਾਰ ਦਾ, ਗ੍ਰਹਿ ਵਿਭਾਗ ਦਾ, ਡੀਜੀਪੀ ਦਾ, ਜ਼ਿਲ੍ਹਾ ਪੱਧਰ ਤੇ ਐਸਐਸਪੀਆਂ ਨੂੰ ਤੇ ਉਦੋਂ ਬਾਅਦ ਫਿਰ ਬਾਇਆ ਡੀਸੀਆਂ ਨੂੰ ਤੇ ਸਾਈਬਰ ਕ੍ਰਾਈਮ ਵਿੰਗ ਨੂੰ ਕਿ ਵੀ ਜਿਹੜਾ ਬੰਦਾ ਆਪਣੇ ਹਥਿਆਰ ਨਾਲ ਆਪਣੀ ਫੋਟੋ ਅਪਲੋਡ ਕਰ ਰਿਹਾ, ਠੀਕ ਹੈ ਜੀ, ਸੋਸ਼ਲ ਮੀਡੀਆ ਤੇ ਰੀਲ ਪਾਵੇ, ਪੋਸਟ ਪਾਵੇ, ਤਸਵੀਰ ਪਾਵੇ, ਆਪਣੀ ਪ੍ਰੋਫਾਈਲ ਫੋਟੋ ਲਾਵੇ, ਉਹਦਾ ਜਦੇ ਸਾਈਬਰ ਸੈੱਲ ਡਾਟਾ ਕੱਢੇ, ਡਾਟਾ ਕੱਢ ਕੇ ਉਹਨੂੰ ਤਲਬ ਕਰੇ ਤੇ ਤਲਬ ਕਰਕੇ ਉਹਦਾ ਹਿਸਾਬ ਕਿਤਾਬ ਦੇਖੇ ਕਿ ਬਈ ਹਾਂ ਇਹਨੇ ਜਿਹੜੀ ਇਹ ਫੋਟੋ ਲਾਈ ਆ ਉਹਦੇ ਵਿੱਚ ਲਾਇਸੈਂਸੀ ਹਥਿਆਰ ਹੈ ਜਾਂ ਗੈਰ ਕਾਨੂੰਨੀ ਹਥਿਆਰ। ਠੀਕ ਹੈ ਜੀ। ਜੇ ਗੈਰ ਕਾਨੂੰਨੀ ਹਥਿਆਰ ਹੈ ਤਾਂ ਕਾਰਵਾਈ ਉਵੇਂ ਹੋਏਗੀ, ਜੇ ਲਾਇਸੈਂਸੀ ਹਥਿਆਰ ਹੈ ਤਾਂ ਕਾਨੂੰਨੀ ਕਾਰਵਾਈ ਦੇ ਨਾਲ ਲਾਇਸੈਂਸ ਵੀ ਰੱਦ ਹੋਏਗਾ ਜੀ। ਅੱਛਾ, ਇੱਕ ਕਵਾਇਦ ਹੈ। ਦੂਜੀ ਹੁਕਮ ਚਾੜਿਆ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ, ਉੱਚ ਅਧਿਕਾਰੀਆਂ ਤੋਂ ਲੈ ਕੇ ਹੇਠਲੇ ਮੁਲਾਜ਼ਮ ਤੱਕ ਹਦਾਇਤ ਹੋਗੀ ਕਿ ਜੇ ਵਰਦੀ ਦੇ ਵਿੱਚ ਕੋਈ ਰੀਲ ਪਾਈ ਹੈ ਨਾ, ਜੇ ਡਿਊਟੀ ਟਾਈਮ ਕੋਈ ਚੈਟ ਕੀਤੀ ਜੀ, ਅੱਛਾ, ਤੇ ਫਿਰ ਤੁਹਾਡੇ ਤੇ ਵਿਭਾਗੀ ਕਾਰਵਾਈ। ਮਤਲਬ ਮੈਂ ਕਈ ਅਜਿਹੇ ਪੁਲਿਸ ਮੁਲਾਜ਼ਮਾਂ ਬਾਰੇ, ਅਧਿਕਾਰੀਆਂ ਬਾਰੇ ਜਾਣੂ ਆ ਜਿਹੜੇ ਡਿਊਟੀ ਦੌਰਾਨ ਰੀਲਾਂ ਪਾ ਕੇ ਆਪਣਾ ਇੱਕ ਕਾਰੋਬਾਰ ਚਲਾ ਰਹੇ, ਦੁਕਾਨ ਚਲਾ ਰਹੇ ਨੇ। ਅੱਛਾ ਜੀ, ਚੰਗੇ ਪੈਸੇ ਕਮਾ ਰਹੇ ਨੇ, ਹੈ ਨਾ। ਹੁਣ ਉਹਦੇ ਉੱਤੇ ਨਜ਼ਰ ਆਈ ਆ ਤਾਂ ਇਹ ਡਿਊਟੀ ਦੀ ਕੁਤਾਹੀ ਵੀ ਆ, ਇਹ ਜ਼ਿੰਮੇਵਾਰੀ ਤੋਂ ਭੱਜਣਾ ਵੀ ਆ। ਵਰਦੀ ਪਾ ਕੇ ਵੈਸੇ ਮਤਲਬ ਕਿ ਹਾਂ, ਸੋ ਉਸ ਵਰਦੀ ਦੇ ਨਾਲ ਮਤਲਬ ਕਈਆਂ ਨੇ ਤਾਂ ਬੰਦੇ ਰੱਖੇ ਨੇ ਕਿ ਹਾਂ ਮੈਂ ਜਿਹੜਾ ਵੀ ਐਕਸ਼ਨ ਚ ਤੁਰਾਂ, ਆਵਾਂ, ਕਿਸੇ ਨੂੰ ਸਵਾਲ ਕਰਾਂ, ਉਹਦੀ ਬਣਾ ਤੇ ਵੀਡੀਓ ਲਿੰਕ ਚੜਾ, ਹੈ ਨਾ। ਸੋ ਉਹ ਕਾਰਵਾਈ ਤੇ ਹੁਣ ਸਰਕਾਰ ਦੀ ਨਜ਼ਰ ਆ। ਪਰ ਇਹ ਕਾਰਵਾਈ ਮੈਨੂੰ ਲੱਗਦਾ ਇਕੱਲੇ ਪੁਲਿਸ ਤੱਕ ਨਹੀਂ, ਇਹ ਮਾਸਟਰਾਂ ਤੱਕ, ਪ੍ਰੋਫੈਸਰਾਂ ਤੱਕ ਵੀ ਜਾਣ ਦੀ ਲੋੜ ਹੈ। ਬੇਸ਼ੱਕ ਪ੍ਰਾਈਵੇਟ ਸਕੂਲਾਂ 'ਚ ਕਾਫੀ ਹੱਦ ਤੱਕ ਪਰ ਰੋਕ ਹੈ ਮੋਬਾਈਲ ਵਰਤੋਂ ਵਗੈਰਾ ਤੇ, ਪਰ ਵਿਦਿਆਰਥੀਆਂ ਦੇ ਹਵਾਲੇ ਨਾਲ ਵੀ, ਅਧਿਆਪਕਾਂ ਦੇ ਹਵਾਲੇ ਨਾਲ ਵੀ, ਜਾਂ ਹੋਰ ਸਰਕਾਰੀ ਵਿਭਾਗਾਂ ਦੇ ਹਵਾਲੇ ਨਾਲ ਵੀ ਮੋਬਾਈਲ ਦੀ ਵਰਤੋਂ ਤੇ ਕਾਫੀ ਹੱਦ ਤੱਕ ਰੋਕ ਲਾਉਣ ਦੀ ਲੋੜ ਆ। ਅਸੀਂ ਸਾਰਾ ਕੁਝ ਨਿਰਭਰ ਹੋਗੇ, ਇਸ ਲਈ ਪਤਾ ਹੀ ਲੱਗਦਾ ਕਿ ਅਧਿਕਾਰੀ ਕੁਰਸੀ ਤੇ ਬੈਠਾ ਆਪਣੀ ਗੇਮ ਖੇਡ ਰਿਹਾ ਕਿ ਉਹ ਬੈਂਕਾਂ ਵਾਲੀਆਂ ਫੋਟੋਆਂ ਫਿਰ ਜਾਰੀ ਹੁੰਦੀਆਂ ਨਾ, ਕਿ ਉੱਧਰ ਬਾਹਰ ਲਾਈਨ ਲੱਗੀ ਹੁੰਦੀ ਹੈ ਤੇ ਅੰਦਰ ਬੀਬੀ ਕੰਪਿਊਟਰ ਤੇ ਗੇਮ ਖੇਡ ਰਹੀ ਆ। ਸੋ ਇਸ ਲਈ ਉਸੇ ਤਰ੍ਹਾਂ ਮੋਬਾਈਲ ਤੇ ਪਤਾ ਨਹੀਂ ਬੰਦਾ ਡਿਊਟੀ ਕਰ ਰਿਹਾ ਕਿ ਘਰ ਦੀ ਡਿਊਟੀ ਕਰ ਰਿਹਾ। ਸੋ ਇਹਦੇ ਤੇ ਕਿਤੇ ਨਾ ਕਿਤੇ ਰੋਕ ਲੱਗਣ ਦੀ ਲੋੜ ਹੈ। ਇਹ ਸਹੀ ਫੈਸਲਾ ਸਰਕਾਰ ਦਾ ਜੀ ਜੀ। ਤੇ ਆਪਾਂ ਜਾਂਦਿਆਂ ਦੀ ਗੱਲ ਕਰੀਏ ਯੂਪੀਐਸਸੀ ਦੀ, ਯੂਪੀਐਸਸੀ ਦੇ ਵਿੱਚ ਗੜਬੜੀ ਰੋਕਣ ਦੇ ਲਈ ਕਹਿੰਦੇ ਆਧਾਰ ਕਾਰਡ ਦਾ ਸਹਾਰਾ ਲਵੇਗੀ ਹੁਣ ਸਰਕਾਰ। ਹਾਂ ਬਿਲਕੁਲ ਪ੍ਰਵੀਨ ਜੀ, ਤਾਜ਼ਾ ਪੂਜਾ ਖੇਡਕਰ ਜਿਹੜੀ ਆਈਐਸਏ ਟ੍ਰੇਨੀ ਆ ਉਹਦੇ ਨਾਲ ਖਾਸਾ ਖਲਾਰਾ ਪਿਆ ਹੋਇਆ ਸਾਬਕਾ ਆਈਐਸ, ਹੈ ਨਾ। ਉਹ ਹੈ ਉਧਰ ਨੀਟ ਦੀ ਪ੍ਰੀਖਿਆ ਵਾਲਾ ਮਾਮਲੇ ਦਾ ਖਾਸਾ ਖਲਾਰਾ ਪਿਆ ਹੋਇਆ ਹੈ। ਇਹ ਸਾਰੇ ਮਸਲੇ ਜਦੋਂ ਉੱਭਰੇ ਨੇ ਤਾਂ ਉਹਨਾਂ ਦੇ ਵਿੱਚੋਂ ਹੁਣ ਇੱਕ ਯੂਪੀਐਸਸੀ ਦੀ ਗੜਬੜੀ ਰੋਕਣ ਦੇ ਲਈ ਉਹਦੀ ਐਂਟਰੈਂਸ ਦੌਰਾਨ, ਉਹਦੇ ਪੇਪਰ ਦੌਰਾਨ ਇਹ ਤੈਅ ਕੀਤਾ ਜਾ ਰਿਹਾ ਕਿ ਆਧਾਰ ਕਾਰਡ ਨੂੰ ਨਾਲ ਜੋੜਿਆ ਜਾਵੇ। ਇਕੱਲਾ ਐਡਮਿਟ ਕਾਰਡ ਨਹੀਂ, ਆਧਾਰ ਕਾਰਡ ਨੂੰ ਨਾਲ ਜੋੜਿਆ ਜਾਵੇ। ਆਧਾਰ ਕਾਰਡ ਦੇ ਰਾਹੀਂ ਉਹਨਾਂ ਦੀਆਂ ਉਂਗਲਾਂ ਦੀ, ਅੱਖਾਂ ਦੀ, ਉਹ ਸਾਰੀ ਉੱਥੇ ਪਹਿਚਾਣ ਕੀਤੀ ਜਾਵੇ, ਕਿਉਂਕਿ ਅਕਸਰ ਹੁਣ ਇਹ ਚਰਚਾਵਾਂ ਆ ਜਾਂਦੀਆਂ ਕਿ ਵੀ ਕੋਈ ਹੋਰ ਦੇਗਾ ਪੇਪਰ, ਹੈ ਨਾ। ਸੋ ਇਸ ਦੇ ਲਈ ਬਕਾਇਦਾ AIE ਕੈਮਰੇ ਲਾਏ ਜਾ ਰਹੇ ਨੇ ਕਿ ਉਹਨਾਂ ਦੇ ਨਾਲ ਸਾਰੀ ਚੀਜ਼ ਜਾਂਚ ਹੋ ਸਕੇ। ਆਧਾਰ ਕਾਰਡ ਦੇ ਨੰਬਰ ਦੇ ਆਧਾਰ ਦੇ ਉੱਤੇ ਉਹਨਾਂ ਦੀਆਂ ਫਿੰਗਰਪ੍ਰਿੰਟਸ ਜੇ ਉਹਦੀ ਪਹਿਚਾਣ ਕੀਤੀ ਜਾ ਸਕੇ, ਹੈ ਨਾ। ਫਿਰ ਇਸੇ ਤਰ੍ਹਾਂ QR ਕੋਡ ਵਾਲਾ ਜਿਹੜਾ ਐਡਮਿਟ ਕਾਰਡ ਹੈ ਉਹ ਜਾਰੀ ਹੋਊਗਾ ਜੀ ਜੀ। QR ਕੋਡ ਨੂੰ ਸਕੈਨ ਕਰਕੇ ਤੁਹਾਡੀ ਸਾਰੀ, ਠੀਕ ਹੈ, ਫਿਰ ਰੀਅਲ ਟਾਈਮ ਅਟੈਂਡੈਂਸ ਮੋਨੀਟਰ ਸਿਸਟਮ ਹੈ ਜਿਹੜਾ ਉਸ ਨੂੰ ਲਾਗੂ ਕੀਤਾ ਜਾ ਰਿਹਾ। ਸੋ ਇਹ ਹੁਣ ਤਕਨੀਕ ਦੇ ਸਹਾਰੇ ਹੀ ਚੋਰੀ ਫੜਨ ਦੀ ਕਵਾਇਦ ਦੇ ਵੱਲ ਵਧਿਆ ਗਿਆ। ਤੇ ਜੇ ਅਜਿਹਾ ਕੁਛ ਹੁੰਦਾ ਤਾਂ ਹੋ ਸਕਦਾ ਕਿ ਜਿਹੜੇ ਸਹੀ ਉਮੀਦਵਾਰ ਹੁੰਦੇ ਨੇ ਉਹਨਾਂ ਦਾ ਹੱਕ ਕੋਈ ਨਹੀਂ ਮਾਰ ਸਕੂਗਾ,
ਸੋ ਇਸ ਦੇ ਲਈ ਜੇ ਇਹ ਨਿਯਮਾਵਲੀ ਸਹੀ ਰੂਪ ਚ ਲਾਗੂ ਹੁੰਦੀ ਹੈ ਔਰ ਪੇਪਰ ਲੀਕ ਵਰਗੇ ਮਾਮਲੇ ਰੁਕਦੇ ਨੇ, ਤਾਂ ਜਿਹੜੇ ਯੋਗ ਬੱਚੇ ਨੇ, ਯੋਗ ਵਿਦਿਆਰਥੀ ਨੇ, ਯੋਗ ਉਸ ਅਹੁਦਿਆਂ ਦੇ ਲਈ ਨੇ, ਉਹਨਾਂ ਨੂੰ ਸਹੀ ਉਹਨਾਂ ਦਾ ਥਾਂ ਮਿਲੇ। ਜੀ ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।